ਅੱਜ ਅਸੀਂ +2 ਕਲਾਸ ਫਿਜ਼ਿਕਸ ਦਾ ਟੌਪਿਕ ਡਿਸਕਸ ਕਰਾਂਗੇ। ਡਰਾਈਵ ਐਨ ਐਕਸਪ੍ਰੈਸ਼ਨ ਫॉर ਟਾਰਕ ਔਨ ਅ ਕਰੰਟ ਕੈਰਿੰਗ ਕੋਇਲ ਪਲੇਸਡ ਇਨ ਮੈਗਨੈਟਿਕ ਫੀਲਡ। ਟਾਰਕ ਫਾਈਂਡ ਕਰਾਂਗੇ ਅਸੀਂ ਜਦੋਂ ਕਿਸੇ ਕਰੰਟ ਕੈਰਿੰਗ ਕੋਇਲ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਪਲੇਸ ਕਰਾਂਗੇ। ਸਭ ਤੋਂ ਪਹਿਲਾਂ ਜੇ ਅਸੀਂ ਡਾਇਗਰਾਮ ਦੇ ਉੱਤੇ ਜਾਈਏ ਤਾਂ ਡਾਇਗਰਾਮ ਦੇ ਵਿੱਚ ਕੀ ਹੈ, ਸਾਡੇ ਕੋਲ ਮੈਗਨੈਟਿਕ ਫੀਲਡ ਲਾਈਨਸ ਨੇ। ਠੀਕ ਹੈ, ਮੈਗਨੈਟਿਕ ਫੀਲਡ ਲਾਈਨਸ ਨੇ ਤਾਂ ਉਹਦੇ ਵਿੱਚ ਅਸੀਂ ਇੱਕ ਰੈਕਟੈਂਗੂਲਰ ਕੋਇਲ ਲੈ ਕੇ ਰੱਖ ਲੈਂਦੇ ਹੈਗੇ PQRS। ਇੱਕ ਰੈਕਟੈਂਗੂਲਰ ਕੋਇਲ ਹੈ ਕਿ ਇਹਦੇ ਵਿੱਚ ਪਈ ਹੈ ਸਾਡੇ ਕੋਲ ਯੂਨੀਫਾਰਮ ਮੈਗਨੈਟਿਕ ਫੀਲਡ ਦੇ ਵਿੱਚ ਰੈਕਟੈਂਗੂਲਰ ਕੋਇਲ ਪਈ ਹੈਗੀ ਹੈ। ਤਾਂ ਇਹ ਮੰਨ ਕੇ ਚੱਲਦੇ ਗਏ ਸੀ ਕਿ ਜਿਹੜੀ ਮੈਗਨੈਟਿਕ ਫੀਲਡ ਲਾਈਨਸ ਨੇ ਉਹ ਲੈਫਟ ਤੋਂ ਰਾਈਟ ਸਾਈਡ ਨੂੰ ਜਾ ਰਹੀਆਂ ਹੈਗੀਆਂ ਨੇ। ਤਾਂ ਜਿਹੜੀ ਕੋਇਲ ਹੈ ਉਹ ਇਸ ਟਾਈਪ ਦੀ ਹੈਗੀ ਹੈ, ਰੈਕਟੈਂਗੂਲਰ ਕੋਇਲ ਹੈ। ਤੇ ਜੇ ਦੇਖੀਏ ਜਿਹੜੀਆਂ ਮੈਗਨੈਟਿਕ ਫੀਲਡ ਲਾਈਨਸ ਨੇ ਉਹ ਕੀ ਜਾ ਰਹੀਆਂ ਨੇ, ਲੈਫਟ ਤੋਂ ਰਾਈਟ ਵੱਲ ਨੂੰ ਜਾ ਰਹੀਆਂ ਇੱਧਰ। ਬਟ ਰੈਕਟੈਂਗੂਲਰ ਕੋਇਲ ਕੀ ਹੈ, ਇਸ ਤਰੀਕੇ ਨਾਲ ਪਈ ਹੈਗੀ ਸਾਡੇ ਕੋਲੇ। ਤਾਂ ਜਿਹੜਾ ਐਂਗਲ ਹੈ ਉਹ ਕਿੰਨਾ ਬਣ ਰਿਹਾ ਇੱਥੇ, ਥੀਟਾ ਐਂਗਲ ਬਣ ਰਿਹਾ ਹੈਗਾ। ਜੇ ਤਾਂ ਇੱਥੇ ਪਿਆ ਹੁੰਦਾ ਫਿਰ ਤਾਂ ਪੈਰਲਲ ਪਈਆਂ ਹੁੰਦੀਆਂ, ਫਿਰ ਐਂਗਲ ਕਿੰਨਾ ਬਣਦਾ, 0 ਬਣਦਾ। ਬਟ ਹੁਣ ਕਿਸੇ ਐਂਗਲ ਥੀਟਾ ਦੇ ਉੱਤੇ ਕੀ ਰੱਖਿਆ ਇਸਨੇ, ਰੈਕਟੈਂਗੂਲਰ ਕੋਇਲ ਨੂੰ ਰੱਖਿਆ ਹੈਗਾ। ਤਾਂ ਇੱਥੇ ਐਂਗਲ ਕਿੰਨਾ, ਥੀਟਾ ਹੈਗਾ। ਹੁਣ ਜੇ ਅਸੀਂ ਗੱਲ ਕਰੀਏ ਜਿਹੜੀ ਰੈਕਟੈਂਗੂਲਰ ਕੋਇਲ ਹੈ, ਮੈਗਨੈਟਿਕ ਫੀਲਡ ਲਾਈਨਸ ਲੈਫਟ ਤੋਂ ਰਾਈਟ ਵੱਲ ਨੇ ਜਾਂ ਨਾਰਥ ਤੋਂ ਸਾਊਥ ਵੱਲ ਵੀ ਅਸੀਂ ਕਹਿ ਦਿੰਦੇ ਹੈਗੇ। ਕਰੰਟ ਦੀ ਜਿਹੜੀ ਡਾਇਰੈਕਸ਼ਨ ਹੈ ਉਹ PQR ਇਸ ਤਰੀਕੇ ਨਾਲ ਕਰੰਟ ਦੀ ਡਾਇਰੈਕਸ਼ਨ ਹੈਗੀ ਸਾਡੇ ਕੋਲ। ਹੁਣ ਜੇ ਅਸੀਂ ਗੱਲ ਕਰੀਏ ਜਿਹੜੀ P ਤੋਂ Q ਤੱਕ ਜਿਹੜੀ ਆਰਮ ਹੈਗੀ ਇੱਕ, ਉਹਦੇ ਵਿੱਚ ਜਿਹੜੀ ਫੋਰਸ ਹੈ ਉਹ ਡਾਊਨਵਰਡ ਐਕਟ ਕਰ ਰਹੀ ਹੈ। ਡਾਊਨਵਰਡ ਕਿਉਂ ਐਕਟ ਕਰ ਰਹੀ ਹੈ, ਕਿਉਂਕਿ ਜਦੋਂ ਤੇ ਫਲੈਮਿੰਗ ਰੂਲ ਲਾਵਾਂਗੇ ਅਸੀਂ, ਜਿਹੜੀ ਮੈਗਨੈਟਿਕ ਫੀਲਡ ਲਾਈਨਸ ਇੱਧਰ ਹੈ ਤੇ ਕਰੰਟ ਇਸ ਸਾਈਡ ਨੂੰ ਹੈ, ਤੇ ਜਿਹੜੀ ਫੋਰਸ ਹੈ ਉਹ ਕਿੱਧਰ ਨੂੰ ਐਕਟ ਕਰਨੀ ਹੈ, ਡਾਊਨਵਰਡ ਨੂੰ ਐਕਟ ਕਰਨੀ ਹੈਗੀ ਹੈ। ਫਿਰ ਜੇ ਗੱਲ ਕਰੀਏ R ਤੋਂ ਲੈ ਕੇ S ਤੱਕ, ਕਰੰਟ ਦੀ ਡਾਇਰੈਕਸ਼ਨ ਇਸ ਸਾਈਡ ਨੂੰ ਹੈਗੀ ਹੈ, R ਤੋਂ S ਵੱਲ ਨੂੰ। ਮੈਗਨੈਟਿਕ ਫੀਲਡ ਲਾਈਨਸ ਕਿੱਧਰ ਨੂੰ ਨੇ, ਇਸ ਸਾਈਡ ਨੂੰ। ਤਾਂ ਜਿਹੜੀ ਫੋਰਸ ਹੈ, ਜੇ ਇਹਨੂੰ ਅਸੀਂ F1 ਲੈ ਕੇ ਚੱਲ ਰਹੇ ਤੈਨੂੰ F2 ਲੈ ਕੇ ਚੱਲਾਂਗੇ ਤਾਂ ਫੋਰਸ ਕਿੱਧਰ ਨੂੰ ਹੋਗੀ, ਅਪਵਰਡ ਹੋਗੀ। ਤੈਨੂੰ ਕੀ ਕਹਿ ਦਾਂਗੇ ਅਸੀਂ, F2 ਕਹਿ ਦਾਂਗੇ। ਠੀਕ ਹੈ, ਜਿਹੜੀ F1 ਤੇ F2 ਨੇ ਇਹ ਦੋਨੋਂ ਆਪੋਜ਼ਿਟ ਸਾਈਡ ਫੋਰਸ ਨੇ, ਤਾਂ ਕਰਕੇ ਇੱਕ ਦੂਸਰੇ ਨੂੰ ਕੀ ਕਰਨਗੀਆਂ, ਕੈਂਸਲ ਆਊਟ ਕਰਨਗੀਆਂ। ਹੁਣ ਗੱਲ ਰਹਿ ਗਈ ਸਾਡੇ ਕੋਲੇ Q ਤੋਂ ਲੈ ਕੇ R ਤੱਕ, ਯਾਨੀ ਕਿ ਆਹ ਵਾਲੀ ਆਰਮ ਦੀ ਤੇ ਆਹ ਵਾਲੀ ਆਰਮ ਦੀ। ਹੁਣ ਜਿਹਦੇ ਵਿੱਚ ਦੇਖੀਏ ਜਿਹੜੀ ਮੈਗਨੈਟਿਕ ਫੀਲਡ ਹੈ, ਯਾਨੀ ਕਿ ਕੋਇਲ ਇਸ ਤਰੀਕੇ ਨਾਲ ਪਈ ਹੈਗੀ ਹੈ, ਮੈਗਨੈਟਿਕ ਫੀਲਡ ਇਸ ਸਾਈਡ ਨੂੰ ਹੈ, ਕਰੰਟ ਡਾਊਨਵਰਡ ਐਕਟ ਕਰ ਰਿਹਾ। ਹੁਣ ਜਿਹੜੀ ਫੋਰਸ ਹੈ ਜਿਹਨੂੰ F3 ਕਹਾਂਗੇ, ਉਹ ਮੈਗਨੈਟਿਕ ਫੀਲਡ ਤੋਂ ਕੀ ਹੋ ਜਾਣੀ ਹੈ, ਅਪਵਰਡ ਹੋ ਜਾਣੀ ਹੈ, ਉੱਪਰ ਨੂੰ ਹੋ ਜਾਣੀ ਹੈ। ਤਾਂ ਇੱਥੇ ਕੀ ਹੋ ਜਾਣੀ ਹੈ, ਇਸ ਤਰੀਕੇ ਨਾਲ ਉੱਪਰ ਨੂੰ ਕੀ ਹੋਣੀ ਹੈ, F3 ਫੋਰਸ ਲੱਗਣੀ ਹੈਗੀ ਇਹਦੇ ਉੱਤੇ। ਠੀਕ ਹੈ, ਇਸ ਤਰੀਕੇ ਨਾਲ 90 ਦੇ ਐਂਗਲ ਤੇ। ਤਾਂ ਕਰਕੇ ਇੱਥੇ ਐਂਗਲ ਕਿੰਨਾ ਬਣ ਰਿਹਾ, 90 ਡਿਗਰੀ ਦਾ ਬਣ ਰਿਹਾ ਹੈਗਾ। ਸਿਮਿਲਰਲੀ ਜਿਹੜੀ S ਤੋਂ ਲੈ ਕੇ P ਤੱਕ ਹੈ, ਤਾਂ ਕਰੰਟ ਦੀ ਡਾਇਰੈਕਸ਼ਨ ਕਿੱਧਰ ਨੂੰ ਹੈ, ਉੱਪਰ ਨੂੰ ਹੈਗੀ ਹੈ। ਤਾਂ ਇੱਥੇ ਜਿਹੜਾ ਫੋਰਸ ਹੈ ਉਹਦਾ ਵੀ ਐਂਗਲ ਕਿੰਨਾ ਹੋਣਾ ਹੈ, 90 ਹੋਣਾ ਹੈ। ਇੱਕ ਫੋਰਸ ਅਪਵਰਡ ਨੂੰ ਲੱਗਣੀ ਹੈ, ਯਾਨੀ ਕਿ ਉੱਪਰ ਨੂੰ ਲੱਗਣੀ ਹੈ। ਇੱਕ ਫੋਰਸ ਕਿੱਧਰ ਨੂੰ ਲੱਗਣੀ ਹੈ, ਡਾਊਨਵਰਡ ਨੂੰ, ਜਿਹਦੇ ਕਰਕੇ ਕੀ ਹੋਣਾ, ਇੱਥੇ ਟਾਰਕ ਪ੍ਰੋਡਿਊਸ ਹੋਣੀ ਹੈ ਤੇ ਇਹਨੇ ਇਸ ਤਰੀਕੇ ਨਾਲ ਘੁੰਮਣਾ ਹੈਗਾ। ਕਿਉਂ, ਕਿਉਂਕਿ ਜਿਹੜੀ ਫੋਰਸ ਉੱਪਰ ਨੂੰ ਲੱਗ ਰਹੀ ਹੈ, ਮੰਨ ਲਓ ਆ ਫੋਰਸ ਉੱਪਰ ਨੂੰ ਲੱਗ ਰਹੀ ਹੈ ਆਹ ਵਾਲੀ, ਤਾਂ ਇਹਨੇ ਨੂੰ ਉੱਪਰ ਨੂੰ ਲੈ ਕੇ ਜਾਣਾ। ਠੀਕ ਹੈ, ਜਿਹੜੀ ਇੱਥੇ ਫੋਰਸ ਲੱਗ ਰਹੀ ਹੈ ਮੰਨ ਲਓ ਡਾਊਨਵਰਡ ਲੱਗ ਰਹੀ ਹੈ, ਤਾਂ ਇੱਕ ਫੋਰਸ ਉੱਪਰ ਨੂੰ ਇੱਕ ਡਾਊਨਵਰਡ ਹੈਗੀ। ਤਾਂ ਇਸ ਤਰੀਕੇ ਨਾਲ ਇਹ ਚੀਜ਼ ਨੇ ਕੀ ਕਰਨਾ ਹੈ, ਰੋਟੇਟ ਕਰਨਾ ਹੈ, ਜਿਹਦੇ ਕਰਕੇ ਕੀ ਹੋਣੀ ਹੈ, ਇੱਥੇ ਟਾਰਕ ਪ੍ਰੋਡਿਊਸ ਹੋਣੀ ਹੈ, ਇਸ ਤਰੀਕੇ ਨਾਲ ਰਿਵੋਲਵ ਕਰਨਾ ਹੈ। ਹੁਣ ਜਿਹੜੀ ਫੋਰਸ ਇੱਥੇ ਲੱਗ ਰਹੀ ਹੈ ਤੇ ਇੱਥੇ ਲੱਗ ਰਹੀ ਹੈ, ਯਾਨੀ ਕਿ ਫੋਰਸ F1 ਤੇ F2 ਇਹਨਾਂ ਨੇ ਇੱਕ ਦੂਸਰੇ ਨੂੰ ਕੈਂਸਲ ਆਊਟ ਕਰ ਦੇਣਾ, ਜਿਹਦੇ ਕਰਕੇ ਨੈਟ ਫੋਰਸ ਕੀ ਹੋਣੀ ਹੈ, F4 ਤੇ F3 ਕਰਕੇ ਨੇ ਰੋਟੇਟ ਕਰਨਾ ਹੈ, ਜਿੱਥੇ ਨੂੰ ਕੀ ਲੱਗਣੀ ਹੈ, ਟਾਰਕ ਲੱਗਣੀ ਹੈਗੀ। ਇਸ ਤਰੀਕੇ ਨਾਲ ਕੀ ਕਰਾਂਗੇ ਆਪਾਂ, ਡਾਇਗਰਾਮ ਨੂੰ ਬਣਾਵਾਂਗੇ। ਜੇ ਡਾਇਗਰਾਮ ਦੇ ਵਿੱਚ ਗੱਲ ਕਰੀਏ ਜਿਹੜੀ ਲੈਂਥ ਆਹ ਦੋਨੋਂ ਲੈਂਥ ਕਿੰਨੀ ਨੇ, ਆ ਵੀ B ਹੈ ਤੇ ਆ ਵੀ ਲੈਂਥ ਕਿੰਨੀ ਹੈਗੀ ਸਾਡੇ ਕੋਲੇ, B ਹੈਗੀ ਹੈ। ਆ L ਹੈ ਤਾਂ ਆ ਵੀ ਕਿੰਨੀ ਹੋਗੀ ਸਾਡੇ ਕੋਲ, ਸਮਾਲ L ਹੋ ਗਿਆ। ਆਹ ਦੋਨੋਂ ਲੈਂਥ ਕਿੰਨੀਆਂ ਨੇ, L ਨੇ। ਆਹ ਦੋਨੋਂ ਕੀ ਨੇ, B ਹੈਗੀਆਂ ਨੇ ਸਾਡੇ ਕੋਲ। ਹੁਣ ਜੇ ਗੱਲ ਕਰੀਏ ਅਸੀਂ ਕੀ ਕਰ ਰਹੇ ਹਾਂ, ਕੰਸੀਡਰ ਆ ਰੈਕਟੈਂਗੂਲਰ ਲੂਪ PQRS ਸਾਡੇ ਕੋਲ ਰੈਕਟੈਂਗੂਲਰ ਲੂਪ ਹੈ, ਜਿਹਦੇ ਵਿੱਚ P ਤੇ Q, P ਤੋਂ ਲੈ ਕੇ Q ਤੱਕ ਤੇ R ਤੋਂ ਲੈ ਕੇ S ਤੱਕ ਦੋਨਾਂ ਦੀ ਲੈਂਥ ਕਿੰਨੀ ਹੈ, B ਹੈਗੀ ਆ। ਆਹ ਦੋਨਾਂ ਦੀ ਲੈਂਥ ਕਿੰਨੀ ਹੈ, B ਹੈ। ਤੇ ਜਿਹੜੀ Q ਤੋਂ ਲੈ ਕੇ R ਤੱਕ ਆਹ ਲੈਂਥ ਤੇ ਆਹ ਲੈਂਥ, ਇਹ ਦੋਨੋਂ ਕਿੰਨੀਆਂ ਨੇ ਸਾਡੇ ਕੋਲੇ, L ਹੈਗੀਆਂ ਨੇ। ਫਿਰ ਜੇ ਗੱਲ ਕਰੀਏ ਕਰੰਟ ਕਿੰਨਾ ਫਲੋ ਕਰ ਰਿਹਾ, I ਫਲੋ ਕਰ ਰਿਹਾ ਲੂਪ ਦੇ ਵਿੱਚੋਂ। ਤੇ ਜਿਹੜਾ ਥੀਟਾ ਕੀ ਹੈ, ਥੀਟਾ ਐਂਗਲ ਹੈ ਜਿਹੜਾ ਮੈਗਨੈਟਿਕ ਫੀਲਡ ਨਾਲ ਰੈਕਟੈਂਗੂਲਰ ਕੋਇਲ ਦਾ ਬਣ ਰਿਹਾ। ਆਹ ਰੈਕਟੈਂਗੂਲਰ ਕੋਇਲ ਦਾ ਮੈਗਨੈਟਿਕ ਫੀਲਡ ਨਾਲ ਜਿਹੜਾ ਐਂਗਲ ਬਣ ਰਿਹਾ, ਜੇ ਆਪਾਂ ਡਾਇਗਰਾਮ ਦੇ ਵਿੱਚ ਦੇਖੀਏ ਰੈਕਟੈਂਗੂਲਰ ਕੋਇਲ ਦਾ ਮੈਗਨੈਟਿਕ ਫੀਲਡ ਨਾਲ ਜਿਹੜਾ ਐਂਗਲ ਬਣ ਰਿਹਾ ਉਹ ਕਿੰਨਾ ਹੈ, ਥੀਟਾ ਹੈਗਾ ਸਾਡੇ ਕੋਲੇ। ਫਿਰ ਜੇ ਅਸੀਂ ਗੱਲ ਕਰੀਏ ਜਿਹੜੀ ਫੋਰਸ F1 ਐਕਟਿੰਗ ਔਨ ਦਾ ਆਰਮ PQ, ਦੇਖੋ ਕਿਹੜੀ PQ ਆਰਮ ਦੇ ਉੱਤੇ ਕਿੰਨੀ ਫੋਰਸ ਲੱਗ ਰਹੀ ਹੈ ਸਾਡੇ ਕੋਲੇ, F1 ਲੱਗ ਰਹੀ ਹੈਗੀ ਹੈ। ਤਾਂ ਹੁਣ ਜੇ ਅਸੀਂ ਫੋਰਸ ਦਾ ਫਾਰਮੂਲਾ ਦੇਖੀਓ ਕਿੰਨਾ ਹੁੰਦਾ ਹੈਗਾ ਸਾਡੇ ਕੋਲੇ, I ਇੰਟੂ ਆਰਮ ਦੀ ਲੈਂਥ ਕ੍ਰੋਸ B। ਹੁਣ ਜੇ ਗੱਲ ਕਰੀਏ F1 ਕਿੰਨਾ ਆ ਗਿਆ, ਕਰੰਟ ਕਿੰਨਾ ਫਲੋ ਕਰ ਰਿਹਾ I, ਜਿਹੜੀ PQ ਹੈ P ਤੋਂ Q ਤੱਕ ਆਹ ਲੈਂਥ ਕਿੰਨੀ ਹੈ ਸਾਡੇ ਕੋਲੇ, B। ਤਾਂ PQ ਦੀ ਵੈਲਿਊ ਕਿੰਨੀ ਪੁੱਟ ਕਰ ਦਾਂਗੇ, B ਕ੍ਰੋਸ B। ਹੁਣ ਕ੍ਰੋਸ ਪ੍ਰੋਡਕਟ ਹਟਾਵਾਂਗੇ, ਇੱਥੇ ਕਿੰਨਾ ਲਿਖ ਦਾਂਗੇ ਅਸੀਂ, ਸਾਈਨ ਥੀਟਾ, IB ਸਾਈਨ ਥੀਟਾ। ਇਹਨੂੰ ਕੋਈ ਨਾ ਕੋਈ ਇਕੁਏਸ਼ਨ ਨੰਬਰ ਦੇ ਦਾਂਗੇ, ਇਕੁਏਸ਼ਨ ਨੰਬਰ 1 ਦੇ ਕੇ ਇਹਨੂੰ ਕਰ ਲਾਂਗੇ ਅਸੀਂ।
ਜਿਹੜੀ F1 ਫੋਰਸ ਹੈ ਉਹ ਡਾਇਗਰਾਮ ਦੇ ਵਿੱਚ ਦੇਖੋ ਅਸੀਂ ਕਿੱਧਰ ਐਕਟ ਕਰ ਰਹੀ ਹੈਗੀ, ਡਾਊਨਵਰਡ ਐਕਟ ਕਰ ਰਹੀ ਹੈ। F1 ਫੋਰਸ ਕਿੱਧਰ ਐਕਟ ਕਰ ਰਹੀ ਹੈ, ਡਾਊਨਵਰਡ। ਹੁਣ ਸਿਮਿਲਰਲੀ ਕੀ ਕਰਾਂਗੇ ਅਸੀਂ, F2 ਫੋਰਸ ਕਾਊਂਟ ਕਰਾਂਗੇ ਅਸੀਂ। F2 ਫੋਰਸ ਕਿੱਧਰ ਹੈ, ਅਪਵਰਡ ਲੱਗ ਰਹੀ ਹੈ, ਤਾਂ F2 ਫੋਰਸ ਕਿਹਦੇ ਬਰਾਬਰ ਆ ਜਾਣੀ ਹੈ, ਸਿਮਿਲਰਲੀ ਕਰੰਟ ਕਿੰਨਾ ਫਲੋ ਕਰ ਲਿਆ I, ਲੈਂਥ ਕਿੰਨੀ ਹੈ B, ਦੇਖੋ ਆਹ ਲੈਂਥ ਕਿੰਨੀ ਹੈਗੀ ਸਾਡੇ ਕੋਲੇ B ਹੈਗੀ ਹੈ, ਕ੍ਰੋਸ B। ਹੁਣ ਕ੍ਰੋਸ ਪ੍ਰੋਡਕਟ ਹਟਾਵਾਂਗੇ ਤਾਂ ਅਸੀਂ ਕਿੰਨਾ ਲਿਖ ਦਾਂਗੇ I B B ਸਾਈਨ ਥੀਟਾ। ਇਹਨੂੰ ਇਕੁਏਸ਼ਨ ਨੰਬਰ ਕਿੰਨਾ ਦੇ ਦਿਓ, 2 ਦੇ ਦਿਓ। ਹੁਣ ਜੇ ਅਸੀਂ ਦੇਖੀਏ ਜਿਹੜੀ ਇਕੁਏਸ਼ਨ ਨੰਬਰ 1 ਹੈ ਤੇ ਇਕੁਏਸ਼ਨ ਨੰਬਰ 2 ਨੇ, ਦੋਨੋਂ ਕੀ ਨੇ, ਇੱਕ ਤਾਂ ਆਪੋਜ਼ਿਟ ਨੇ ਦੋਨਾਂ ਦੇ ਵਿੱਚ। ਡਾਇਗਰਾਮ ਤੇ ਦੇਖੋ ਇਹ ਡਾਊਨਵਰਡ ਐਕਟ ਕਰ ਰਹੀ ਹੈ, ਇਹ ਕਿੱਧਰ ਐਕਟ ਕਰ ਰਹੀ ਹੈ, ਅਪਵਰਡ। ਤੇ ਦੋਨੋਂ ਕੀ ਨੇ, ਸਿਮਿਲਰ ਫੋਰਸਿਸ ਹੈਗੇ ਨੇ। ਜਿੰਨੀ F1 ਦਾ ਆਂਸਰ ਹੈ F2 ਦਾ ਆਂਸਰ ਵੀ ਕੀ ਹੈ, ਸੇਮ ਹੈਗਾ ਸਾਡੇ ਕੋਲੇ। ਜਾਨੀ ਕਿ F1 F2 ਇਕੁਅਲ ਫੋਰਸਿਸ ਵੀ ਹੈਗੇ ਨੇ ਤੇ ਆਪੋਜ਼ਿਟ ਫੋਰਸ ਵੀ ਹੈਗੇ ਨੇ। ਤਾਂ ਕਰਕੇ these two forces will cancel each other and hence ਪ੍ਰੋਡਿਊਸ ਨੋ ਟਾਰਕ। ਤਾਂ ਕਰਕੇ ਅਸੀਂ ਜੇ ਆਪਾਂ ਗੱਲ ਵੀ ਕਰੀਏ ਤਾਂ ਇਹਨਾਂ ਕਰਕੇ ਕੀ ਨਹੀਂ ਹੁੰਦੇ, ਕੋਈ ਟਾਰਕ ਨਹੀਂ ਲੱਗਦੀ ਹੈਗੀ, ਕਿਉਂਕਿ ਦੋਨੋਂ ਫੋਰਸਿਸ ਕੀ ਹੋ ਗਈਆਂ, ਇੱਕ ਦੂਸਰੇ ਨੂੰ ਕੈਂਸਲ ਕਰਦੀਆਂ ਨੇ ਤੇ ਦੋਨੋਂ ਇਕੁਅਲ ਫੋਰਸਿਸ ਵੀ ਹੈਗੇ ਨੇ। ਤਾਂ ਕਰਕੇ ਕੋਈ ਟਾਰਕ ਨਹੀਂ ਲੱਗਦੀ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਜਿਹੜੀ ਚੀਜ਼ ਹੈ ਉਹਨੇ ਐਵੇਂ ਮੂਵ ਕਰਨਾ ਹੈਗਾ ਰੈਕਟੈਂਗੂਲਰ ਕੋਇਲ ਨੇ। ਹੁਣ ਰੈਕਟੈਂਗੂਲਰ ਕੋਇਲ ਇਸ ਸਾਈਡ ਕਰਕੇ ਤੇ ਇਸ ਸਾਈਡ ਕਰਕੇ ਦੋਨਾਂ ਕਰਕੇ ਰੋਟੇਟ ਕਰ ਰਹੀ ਹੈਗੀ ਹੈ। ਜਿਹੜੀ ਆਹ ਵਾਲੀ ਆਰਮ ਹੈ ਤੇ ਆਹ ਵਾਲੀ ਆਰਮ, ਇਹਨਾਂ ਦਾ ਕੋਈ ਇਫੈਕਟ ਨਹੀਂ, ਕਿਉਂਕਿ ਦੋਨੋਂ ਕੀ ਕਰ ਰਹੇ ਨੇ, ਇੱਕ ਦੂਸਰੇ ਨੂੰ ਇਫੈਕਟ ਨੂੰ ਕੈਂਸਲ ਆਊਟ ਕਰ ਰਹੀਆਂ ਹੈਗੀਆਂ ਨੇ। ਫਿਰ ਅਸੀਂ ਗੱਲ ਕਰੀਏ F3 ਫੋਰਸ ਐਕਟਿੰਗ ਔਨ ਅ ਆਰਮ QR। ਜਿਹੜੀ F3 ਫੋਰਸ ਹੈ, F3 ਫੋਰਸ ਦੇਖੋ ਕਿਹੜੀ ਆਰਮ ਦੇ ਉੱਤੇ ਐਕਟ ਕਰ ਰਹੀ ਹੈਗੀ ਹੈ, QR ਦੇ ਉੱਤੇ। F3 ਫੋਰਸ ਜਿਹੜੀ ਲੈਂਥ ਹੈ ਉਦੋਂ ਕਿੰਨੀ ਲੈ ਕੇ ਚੱਲਾਂਗੇ ਅਸੀਂ, L, ਕਿਉਂਕਿ ਇਹਦੀ ਲੈਂਥ L ਹੈ, ਇਸ ਆਰਮ ਦੀ ਵੀ ਲੈਂਥ ਕਿੰਨੀ ਹੈਗੀ ਸਾਡੇ ਕੋਲੇ, L ਹੈਗੀ ਹੈ। ਤਾਂ ਦੇਖੋ ਜਿਹੜੀ ਫੋਰਸ 3 ਹੈ ਕਿਤੇ ਐਕਟ ਕਰ ਰਹੀ ਹੈ, ਐਕਟਿੰਗ ਔਨ ਦਾ ਆਰਮ QR। ਤਾਂ F3 ਕਿਹਦੇ ਬਰਾਬਰ ਹੋਗੀ, I L ਕ੍ਰੋਸ B। L ਕਿਉਂ ਆ ਗਿਆ, ਕਿਉਂਕਿ ਲੈਂਥ ਕਿੰਨੀ ਹੈ, B ਹੈਗੀ ਉਸ ਆਰਮ ਦੀ। ਹੁਣ ਕ੍ਰੋਸ ਪ੍ਰੋਡਕਟ ਹਟਾਵਾਂਗੇ ਤਾਂ ਕਿੰਨਾ ਲਿਖ ਦਾਂਗੇ, ਸਾਈਨ ਥੀਟਾ। ਹੁਣ ਸਾਨੂੰ ਪਤਾ ਹੈ ਜਿਹੜੀ F3 ਫੋਰਸ ਹੈ ਤਾਂ ਉੱਥੇ ਐਂਗਲ ਕਿੰਨਾ ਬਣ ਰਿਹਾ, 90 ਡਿਗਰੀ। ਐਂਗਲ ਕਿੰਨਾ ਬਣ ਰਿਹਾ ਸਾਡੇ ਕੋਲੇ, 90 ਡਿਗਰੀ ਬਣ ਰਿਹਾ ਹੈਗਾ। ਤਾਂ ਸਾਈਨ 90 ਕਿੰਨਾ ਹੁੰਦਾ, 1। ਤਾਂ ਜਿਹੜੀ F3 ਹੈ ਫੋਰਸ ਸਾਡੇ ਕੋਲ ਕਿੰਨੀ ਆ ਗਈ, I L B। ਇਹ ਸਾਡੇ ਕੋਲੇ ਇਕੁਏਸ਼ਨ ਨੰਬਰ ਹੋ ਗਈ 3। ਸਿਮਿਲਰਲੀ ਅਸੀਂ ਕਿਹੜੀ ਫੋਰਸ ਕਾਊਂਟ ਕਰਾਂਗੇ, F4। ਹੁਣ ਜੇ F4 ਦੀ ਗੱਲ ਕਰੀਏ, ਜਿਹੜੀ F4 ਫੋਰਸ ਹੈਗੀ ਹੈ ਉਹ ਕਿਹਦੇ ਬਰਾਬਰ ਆ ਗਈ, I L ਕ੍ਰੋਸ B। L ਕਿਉਂ ਆਇਆ, ਕਿਉਂਕਿ ਦੇਖੋ F4 ਫੋਰਸ, F4 ਕਿੱਥੇ ਲੱਗ ਰਹੀ ਹੈਗੀ ਸਾਡੇ ਕੋਲੇ, SP ਆਰਮ ਦੇ ਉੱਤੇ ਲੱਗ ਰਹੀ ਹੈ, ਜਿੱਥੇ ਐਂਗਲ ਕਿੰਨਾ ਬਣ ਰਿਹਾ, 90 ਬਣ ਰਿਹਾ ਹੈਗਾ। ਤਾਂ ਕ੍ਰੋਸ ਹਟਾਵਾਂਗੇ, ਕਿੰਨਾ ਲਿਖਾਂਗੇ ਅਸੀਂ, ਸਾਈਨ ਥੀਟਾ। I L B ਸਾਈਨ ਥੀਟਾ ਕਿੰਨਾ ਹੋ ਗਿਆ, 90। ਸਾਈਨ 90 ਕਿੰਨਾ ਹੁੰਦਾ, 1। ਤਾਂ F4 ਦੀ ਵੈਲਿਊ ਕਿੰਨੀ ਆ ਗਈ ਸਾਡੇ ਕੋਲੇ, I L B। ਇਕੁਏਸ਼ਨ ਨੰਬਰ ਕਿੰਨੀ ਬਣ ਗਈ, 4। ਹੁਣ ਦੇਖੋ ਜਿਹੜੀ F3 ਹੈ, F3 ਤੇ F4 ਦੋਨਾਂ ਦਾ ਆਂਸਰ ਕਿੰਨਾ ਹੈ, ਇਕੁਅਲ ਆਇਆ ਹੈਗਾ। ਤਾਂ ਜਿਹੜੀ ਨੈਟ ਫੋਰਸ ਹੈ ਉਹ ਕਿੰਨੀ ਆ ਜਾਣੀ ਹੈ ਸਾਡੇ ਕੋਲੇ, F3 ਤੇ F4 ਦੇ ਇਕੁਅਲ ਆ ਜਾਣੇ, ਤੇ ਕਿੰਨੀ ਆ ਜਾਣੀ ਹੈ ਸਾਡੇ ਕੋਲੇ, I L B। ਇਹ ਵਾਲੀ ਫੋਰਸ ਹੈਗੀ ਜਿਹਦੇ ਕਰਕੇ ਕੀ ਹੋ ਰਿਹਾ, ਨੈਟ ਫੋਰਸ ਆਉਣੀ ਹੈ। ਤਾਂ ਇਹਨੂੰ ਇਕੁਏਸ਼ਨ ਨੰਬਰ 5 ਦੇ ਲੈਣੇ ਹੈਗੇ ਅਸੀਂ। ਹੁਣ ਜੇ ਅਸੀਂ ਗੱਲ ਕਰੀਏ ਤਾਂ ਅਸੀਂ ਕੀ ਫਾਈਂਡ ਕਰਨੀ ਹੈ, ਟਾਰਕ। ਕਿਉਂਕਿ ਟਾਰਕ ਕਿਉਂ ਹੈ, ਦੇਖੋ ਜਦੋਂ ਕਿਸੇ ਐਂਗਲ ਦੇ ਉੱਤੇ ਕੋਈ ਚੀਜ਼ ਰੋਟੇਟ ਕਰਦੀ ਹੈ, ਜਿਹੜੀ ਇਹ ਵਾਲੀ ਕੋਇਲ ਹੈਗੀ ਹੈ, ਮਤਲਬ ਰੈਕਟੈਂਗੂਲਰ ਕੋਇਲ ਇਸ ਤਰੀਕੇ ਨਾਲ ਰੋਟੇਟ ਕਰ ਰਹੀ ਹੈ। ਜਦੋਂ ਰੋਟੇਟ ਕਰ ਰਹੀ ਹੈ ਤਾਂ ਕਿਸੇ ਐਂਗਲ ਦੇ ਉੱਤੇ ਰੋਟੇਟ ਕਰ ਰਹੀ ਹੈ। ਜਦੋਂ ਕੋਈ ਚੀਜ਼ ਕਿਸੇ ਐਂਗਲ ਦੇ ਉੱਤੇ ਰੋਟੇਟ ਕਰੇ ਤਾਂ ਉੱਥੇ ਅਸੀਂ ਕੀ ਫਾਈਂਡ ਕਰਦੇ ਹਾਂ, ਟਾਰਕ ਫਾਈਂਡ ਕਰਦੇ ਹੈਗੇ। ਜੇ ਟਾਰਕ ਹੈ, ਟਾਰਕ ਦਾ ਫਾਰਮੂਲਾ ਕੀ ਹੁੰਦਾ ਸਾਡੇ ਕੋਲੇ, ਆਈਦਰ ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ। ਆਈਦਰ ਫੋਰਸ ਕਿੰਨੀ ਹੈ ਸਾਡੇ ਕੋਲੇ, I L B ਇਨਟੂ ਪਰਪੈਂਡੀਕੂਲਰ ਡਿਸਟੈਂਸ ਕੀ ਹੈ। ਜੇ ਆਪਾਂ ਪਰਪੈਂਡੀਕੂਲਰ ਡਿਸਟੈਂਸ ਦੀ ਗੱਲ ਕਰੀਏ, ਪਰਪੈਂਡੀਕੂਲਰ ਡਿਸਟੈਂਸ ਲਈ ਅਸੀਂ ਆਹ ਵਾਲਾ ਟ੍ਰਾਇੰਗਲ ਲੈ ਕੇ ਚੱਲ ਪਾਂਗੇ, PQK ਉੱਪਰ ਵਾਲੀ। ਇੱਥੇ ਐਂਗਲ ਥੀਟਾ ਬਣ ਰਿਹਾ, ਆਹ ਕਿੰਨਾ ਹੋ ਗਿਆ ਸਾਡੇ ਕੋਲ, 90 ਹੋ ਗਿਆ। ਤਾਂ ਇੱਥੋਂ ਅਸੀਂ ਪਰਪੈਂਡੀਕੂਲਰ ਫਾਈਂਡ ਕਰ ਲਾਂਗੇ। ਦੇਖੋ ਜੇ ਇਹ ਥੀਟਾ ਹੈ, ਇਹ 90 ਹੋ ਗਿਆ, ਤਾਂ ਪਰਪੈਂਡੀਕੂਲਰ ਕਿੰਨਾ ਹੋ ਗਿਆ, QK। ਯਾਨੀ ਕਿ ਪਰਪੈਂਡੀਕੂਲਰ ਦੀ ਵੈਲਿਊ ਕਿੰਨੀ ਆ ਗਈ ਸਾਡੇ ਕੋਲੇ, QK ਆ ਗਈ। ਪਰਪੈਂਡੀਕੂਲਰ ਕਿੰਨਾ ਆ ਗਿਆ, QK ਆ ਗਿਆ। ਦੇਖੋ ਜੇ ਅਸੀਂ ਉੱਪਰ ਵਾਲਾ ਪੋਰਸ਼ਨ ਲੈ ਕੇ ਚੱਲੀਏ, ਉੱਪਰ ਵਾਲਾ ਪੋਰਸ਼ਨ ਸਿਰਫ ਆਹ ਪੋਰਸ਼ਨ ਲੈ ਕੇ ਚੱਲ ਰਿਹਾ ਹੈਗਾ ਅਸੀਂ। ਆਹ ਮੈਗਨੈਟਿਕ ਫੀਲਡ ਲਾਈਨਸ ਨੇ, ਆਹ ਸਾਡੀ ਆਰਮ ਹੈਗੀ ਕਿਹੜੀ, P ਤੋਂ Q ਤੱਕ, ਜਿਹਦੀ ਲੈਂਥ ਕਿੰਨੀ ਹੈ, B ਹੈ। ਆਹ ਪਰਪੈਂਡੀਕੂਲਰ ਡਰਾ ਕਰਾਂਗੇ ਤਾਂ ਇੱਥੇ ਐਂਗਲ ਕਿੰਨਾ, ਥੀਟਾ। ਹੁਣ ਜੇ ਗੱਲ ਕਰੀਏ ਤਾਂ ਜੇ ਆਹ ਥੀਟਾ ਤੇ ਆਹ 90 ਹੈਗਾ ਤਾਂ ਪਰਪੈਂਡੀਕੂਲਰ ਕਿੰਨਾ ਬਣ ਗਿਆ, QK। ਹੁਣ ਪਰਪੈਂਡੀਕੂਲਰ ਫਾਈਂਡ ਕਰਨਾ ਹੈ। ਪਰਪੈਂਡੀਕੂਲਰ ਫਾਈਂਡ ਕਰਨ ਲਈ ਅਸੀਂ PQK, ਇਹਨਾਂ ਟ੍ਰਾਇੰਗਲ PQK ਦੇ ਵਿੱਚ ਅਸੀਂ ਸਾਈਨ ਥੀਟਾ ਫਾਈਂਡ ਕਰਾਂਗੇ। ਸਾਈਨ ਥੀਟਾ ਕਿਹਦੇ ਬਰਾਬਰ ਹੁੰਦਾ ਹੈ, ਪਰਪੈਂਡੀਕੂਲਰ ਅਪੋਨ ਹਾਈਪੋਟਨਿਊਸ। ਪਰਪੈਂਡੀਕੂਲਰ ਕਿੰਨਾ ਹੈ, QK, ਹਾਈਪੋਟਨਿਊਸ ਕਿੰਨਾ ਹੈ, B। ਯਾਨੀ ਕਿ QK ਅਪੋਨ ਕਿੰਨਾ ਆ ਜਾਣਾ ਸਾਡੇ ਕੋਲੇ, B, ਕਿਉਂਕਿ ਹਾਈਪੋਟਨਿਊਸ ਦੀ ਵੈਲਿਊ ਕਿੰਨੀ ਹੈ ਸਾਡੇ ਕੋਲੇ, B ਹੈਗੀ ਹੈ। ਤਾਂ QK ਅਪੋਨ B। ਤਾਂ QK ਦੀ ਵੈਲਿਊ ਕਿੰਨੀ ਆ ਗਈ ਸਾਡੇ ਕੋਲੇ, B ਸਾਈਨ ਥੀਟਾ। ਇਹਨੂੰ ਪੁੱਟ ਕਰ ਦਾਂਗੇ ਅਸੀਂ, ਮੰਨ ਲਓ ਇਹਨੂੰ ਇਕੁਏਸ਼ਨ ਨੰਬਰ 6 ਦੇ ਦਿਓ। 6 ਦੇ ਵਿੱਚ 7 ਨੂੰ ਪੁੱਟ ਕਰ ਦਾਂਗੇ ਤਾਂ ਸਾਡੇ ਕੋਲ ਟਾਰਕ ਨੂੰ ਕਿਹਦੇ ਨਾਲ ਡਿਨੋਟ ਕਰਨਾ ਅਸੀਂ, ਟਾਊ ਨਾਲ। ਟਾਰਕ ਕਿਹਦੇ ਬਰਾਬਰ ਆ ਗਿਆ, ਆਈਦਰ ਫੋਰਸ ਕਿੰਨੀ, I L B। QK ਕਿੰਨਾ ਸਾਡੇ ਕੋਲੇ, B ਸਾਈਨ ਥੀਟਾ।
क्यू के ਦੀ ਕਿੰਨੀ ਵੈਲਿਊ ਹੈਗੀ क्यू के ਦੀ ਵੈਲਿਊ ਕਿੰਨੀ ਹੈ ਸਾਡੇ ਕੋਲੇ b sin ਥੀਟਾ ਹੁਣ ਦੇਖੋ ਲੈਂਥ ਇਨਟੂ ਬ੍ਰੈਡਥ ਕਿੰਨਾ ਹੁੰਦਾ ਸਾਡੇ ਕੋਲੇ ਏਰੀਆ i b a sin ਥੀਟਾ ਕਿਉਂ ਕਿਉਂਕਿ ਜਿਹੜਾ ਏਰੀਆ ਹੁੰਦਾ ਉਹ ਕਿਹਦੇ ਬਰਾਬਰ ਹੁੰਦਾ ਲੈਂਥ ਇਨਟੂ ਬ੍ਰੈਡਥ ਲੈਂਥ ਇਨਟੂ ਬ੍ਰੈਡਥ ਨੂੰ ਕੀ ਪੁੱਟ ਕਰ ਦਾਂਗੇ ਅਸੀਂ ਏਰੀਆ ਤਾਂ ਸਾਡੇ ਕੋਲੇ ਕਿੰਨਾ ਬਣ ਗਿਆ i b ਲੈਂਥ ਇਨਟੂ ਬ੍ਰੈਡਥ ਦੀ ਜਗ੍ਹਾ ਤੇ ਕਿੰਨਾ ਆ ਗਿਆ ਸਾਡੇ ਕੋਲੇ ਏਰੀਆ ਹੁਣ I ਤੇ A ਨੂੰ ਪੁੱਟ ਕਰ ਦੋ ਕੈਪੀਟਲ M B sin ਥੀਟਾ M ਕਿਹਦੇ ਬਰਾਬਰ ਹੈ I ਇੰਟੂ A ਦੇ ਬਰਾਬਰ ਹੈਗੇ ਤਾਂ M ਕਿਹਨੂੰ ਪੁੱਟ ਕਰਤਾ I ਇੰਟੂ A ਨੂੰ M ਪੁੱਟ ਕਰਤਾ ਤਾਂ ਸਾਡੇ ਕੋਲ ਟਾਰਕ ਕਿਹਦੇ ਬਰਾਬਰ ਆ ਗਈ M B sin ਥੀਟਾ ਹੁਣ ਇਸੇ ਚੀਜ਼ ਨੂੰ ਅਸੀਂ ਇਹ ਸਾਡੇ ਕੋਲ ਨੈਟ ਟਾਰਕ ਪ੍ਰੋਡਿਊਸ ਹੋ ਗਈ sin ਥੀਟਾ ਹਟਾਵਾਂਗੇ ਤਾਂ ਅਸੀਂ ਕ੍ਰਾਸ ਪ੍ਰੋਡਕਟ ਦੀ ਫਾਰਮ ਦੇ ਵਿੱਚ ਵੀ ਲਿਖ ਸਕਦੇ ਹਾਂ M ਕ੍ਰਾਸ B ਇਸ ਤਰੀਕੇ ਨਾਲ ਵੀ ਅਸੀਂ ਟਾਰਕ ਫਾਈਂਡ ਕਰ ਸਕਦੇ ਹੈਗੇ ਕਿਉਂਕਿ ਕ੍ਰਾਸ ਪ੍ਰੋਡਕਟ ਕੀ ਹੁੰਦਾ ਸਾਈਨ ਥੀਟਾ ਹੁੰਦਾ ਸਾਡੇ ਕੋਲ ਹੁਣ ਜੇ ਗੱਲ ਕਰੀਏ ਤੇ ਕੇਸ ਦੇ ਵਿੱਚ ਕੀ ਹੈ ਸਾਡੇ ਕੋਲੇ ਜੇ ਜਿਹੜੀ ਕੋਇਲ ਹੈ ਜਿਹੜੀ ਲੂਪ ਹੈ ਉਹਨੂੰ ਅਸੀਂ ਰਿਪਲੇਸ ਕਰ ਦਈਏ ਕਿਸੇ ਕੋਇਲ ਨਾਲ ਜਿਹਦੀਆਂ ਟਰਨ ਕਿੰਨੀਆਂ ਹੋਣ n ਟਰਨ ਹੋਣ ਜਿਵੇਂ ਅਸੀਂ ਗੱਲ ਕਰੀਏ ਡਾਇਗਰਾਮ ਦੇ ਵਿੱਚ ਜਿਹੜੀ ਰੈਕਟੈਂਗੂਲਰ ਕੋਇਲ ਲੈ ਕੇ ਚੱਲਿਆ ਗਿਆ ਜੇ ਇਹਦੀਆਂ n ਟਰਨ ਹੋਣ ਸਾਡੇ ਕੋਲੇ ਤਾਂ ਅਸੀਂ ਕੀ ਕਰਾਂਗੇ ਜਿਹੜੀ ਟਾਰਕ ਆਈ ਹੈ ਟਾਰਕ ਕਿੰਨੀ ਹੈ i b a sin ਥੀਟਾ ਇਹਨੂੰ ਕਿੰਨਾ ਮਲਟੀਪਲਾਈ ਕਰ ਦਾਂਗੇ ਜਿੰਨੀਆਂ ਨੰਬਰ ਆਫ ਟਰਨ ਨੇ ਤਾਂ ਸਾਡੇ ਕੋਲ ਆਂਸਰ ਕਿੰਨਾ ਆ ਜਾਣਾ ਹੈ ਟਾਰਕ ਬਰਾਬਰ n m b sin ਥੀਟਾ ਆ ਜਾਣਾ ਹੈਗਾ ਇਸ ਤਰੀਕੇ ਨਾਲ ਤੁਸੀਂ n ਟਰਨ ਲਈ ਵੀ ਫਾਈਂਡ ਆਊਟ ਕਰ ਸਕਦੇ ਹੈਗੇ ਤਾਂ ਇਹ ਵਾਲਾ ਕੇਸ ਵੀ ਵਿੱਚ ਕਰ ਲੈਣਾ ਹੈਗਾ ਇਸ ਤਰੀਕੇ ਨਾਲ ਤੁਸੀਂ ਟਾਰਕ ਫਾਈਂਡ ਕਰ ਸਕਦੇ ਹੋ ਕਿਸੇ ਰੈਕਟੈਂਗੂਲਰ ਕੋਇਲ ਦੀ ਜਦੋਂ ਯੂਨੀਫਾਰਮ ਮੈਗਨੈਟਿਕ ਫੀਲਡ ਦੇ ਵਿੱਚ ਅਸੀਂ ਰੱਖਦੇ ਹੈਗੇ